गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है जिसका सिरलेख है हरगोपाल बिशंबर दास। आओ उसका अखीरला भाग सरवण करने की कोशिश करिए जी। 6वां। इउं बनक बिरती वाला हरगोपाल बेसिदकी दे हथ विक गया, पर अपने जाने खुशी हो के टुर पिया देश नूं। रस्ते विच एक वड्डा नगर आया। जापदा है कि ਇਹ नगर दिल्ली सी, जिथे सोने ते जवाहरात दा व्यापार उस समय बहुत सी। इथे कुछ दिन हरगोपाल रहा। ਉਹ 600 ते होर तन जो पास सी उसने उथों रतन खरीद कर लए ते फिर अगे नूं टुर पिया। उज्जैन लगभग दिल्ली तो 400 मील है, सो उसनूं कई दिन सफर विच लगे। ਜਦੋਂ ਉਜੈਨ ਤੋਂ 250 ਮੀਲ ਰਹਿ ਗਿਆ ਤਾਂ ਇੱਕ ਨਗਰ ਆਇਆ, ਉਸ ਦਾ ਨਾਮ ਸੀ ਪਾਲੀ। ਇੱਥੇ ਇਸਨੇ ਖਰੀਦੇ ਹੋਏ ਰਤਨ ਵੇਚ ਦਿੱਤੇ। 3000 ਨਫਾ ਕੀਤਾ ਜਾਂ ਵਟਕ ਹੋਈ। ਹੁਣ ਆਪਣੇ ਜਾਣੇ ਬਹੁਤ ਨਫੇਵੰਦਾ ਕੰਮ ਕਰਕੇ ਬਣੀਆਂ ਘਰਾਂ ਨੂੰ ਟੁਰ ਪਿਆ। ਲਿਖਿਆ ਹੈ ਕਿ ਜੋ ਪ੍ਰਸ਼ਾਦ ਗੁਰੂ ਕਾ ਇਹ ਲੈ ਟੁਰਿਆ ਸੀ, ਰਸਤੇ ਵਿੱਚ ਇੱਕ ਦਿਨ ਖੋਲ ਕੇ ਡਿੱਠੋ ਤਾਂ ਇਸ ਨੂੰ ਉਹ ਮਾਸ ਹੋ ਪਾਸਿਆ ਸੀ ਜਿਸ ਤੋਂ ਗੁਰਾਂ ਵੱਲੋਂ ਹੋਰ ਉਦਾਸੀ ਵੱਧ ਗਈ ਸੀ। ਸੰਨੇ ਸੰਨੇ ਇਹ ਘਰ ਪੁੱਜ ਗਿਆ, ਪਰਿਵਾਰ ਨੂੰ ਮਿਲਿਆ। ਸਭ ਦੇ ਮਨ ਖੁਸ਼ੀ ਸੀ ਕਿ ਸਤਿਗੁਰਾਂ ਦੇ ਦਰਸ਼ਨ ਕਰਕੇ ਤੇ ਦੀਖਿਤ ਹੋ ਕੇ ਸਪੁੱਤਰ ਆ ਰਿਹਾ ਹੈ। ਸਤਸੰਗ ਦਾ ਸਵਾਦ ਘਰ ਵਿੱਚ ਵਧੇਗਾ। ਹਰਗੋਪਾਲ ਵੀ ਬੜੇ ਚਾਅ ਵਿੱਚ ਸੀ, ਪਰ ਉਸਨੂੰ ਚਾਅ ਸੀ ਧਨ ਦੇ ਨਫੇ ਦਾ ਤੇ ਪਰਿਵਾਰ ਨੇ ਜਾਤਾ ਇਸ ਨੂੰ ਚਾਅ ਹੈ ਸੱਚੇ ਧਨ ਦੀ ਪ੍ਰਾਪਤੀ ਦਾ। ਵਿਸ਼ਵੰਬਰ ਦਾਸ ਸਿੱਧਕੀ ਸਿੱਖ ਸੀ। ਇਹ ਨਾਮ ਵਿੱਚ ਲੱਗਾ ਹੋਇਆ ਆਤਮ ਸੁਖ ਦਾ ਜਾਣੂ ਸੀ। ਇਹਦਾ ਹੱਥ ਦਾਨ ਵੱਲ ਸੁੱਤੇ ਹੀ ਪੈਂਦਾ ਸੀ। ਇਸ ਦੇ ਹੱਥੋਂ ਸਹਿਜ ਸੁਭਾਅ ਪੀੜਾ ਦੂਰ ਹੁੰਦੀਆਂ ਸਨ। ਇਸ ਨੂੰ ਨਾਮ ਦੇ ਸੁਖ ਦਾ ਪਤਾ ਸੀ। ਇਸ ਕਰਕੇ ਪੁੱਤਰ ਦੀ ਖੁਸ਼ੀ ਨੂੰ ਦੇਖ ਕੇ ਇਹ ਖੁਸ਼ ਹੁੰਦਾ ਸੀ, ਪਰ ਨਾਲ ਹੀ ਪੁੱਤਰ ਦਾ ਪ੍ਰਭਾਵ ਸਫਾ ਨਾ ਤੱਕ ਕੇ ਕੁਛ ਸੋਚੀ ਪੈ ਜਾਂਦਾ ਸੀ। ਪੁੱਤਰ ਉਤਾਵਲਾ ਸੀ ਕਿ ਪਿਤਾ ਮੇਰੀ ਕਮਾਈ ਦੀ ਗੱਲ ਪੁੱਛੇ ਤੇ ਸੁਣੇ। ਪਿਤਾ ਉਤਾਵਲਾ ਸੀ ਸਤਿਗੁਰ ਦੇ ਸੁਨੇਹੇ ਤੇ ਹਾਲ ਸੁਣਨ ਤੇ ਦਾਤਾਂ ਲੈਣ ਨੂੰ। ਪਿਤਾ ਨੇ ਸਤਿਗੁਰਾਂ ਦੀ ਸੁਖ ਸਾਂਦ ਪੁੱਛੀ। ਪੁੱਤਰ ਨੇ ਦੱਸੀ, ਪਰ ਸੁਰ ਕੁਛ ਨੀਵੀਂ ਜਿਹੀ ਸੀ। ਫਿਰ ਪਿਤਾ ਨੇ ਪ੍ਰਸ਼ਾਦ ਪੁੱਛਿਆ ਤਾਂ ਜ਼ਰਾ ਕੋ ਨੱਕ ਸੰਗੋੜਦਿਆਂ ਪੁੱਤ ਨੇ ਪ੍ਰਸ਼ਾਦ ਲਿਆ ਦਿੱਤਾ। ਜਾਂ ਖੋਲਿਆ ਤਾਂ ਉਹ ਸਵੱਛ ਕੜਾ ਪ੍ਰਸ਼ਾਦ ਸੀ, ਜੋ ਮੁਸ਼ਕਿਆ ਉਲਿਆ ਨਹੀਂ ਸੀ। ਪਿਤਾ ਨੇ ਪ੍ਰਸ਼ਾਦ ਵਰਤਾਇਆ ਤਾਂ ਜਿਉਂ ਕਾ ਤਿਉਂ ਅਨਵਿਗੜਿਆ ਪ੍ਰਸ਼ਾਦ ਸਹੀ ਹੋਇਆ। ਹੁਣ ਪਹਿਲੀ ਚੋਪ ਪਈ ਮੁੜ ਕੇ ਮਨ ਦੇ ਸਿਦਕ ਵਾਲੇ ਪਾਸੇ ਠੱਸਾ ਖਾਣ ਦੀ। ਇਹ ਤਾਂ ਮੈਂ ਮਾਸ ਡਿੱਠਾ ਸੀ। ਭਲਾ ਉਹ ਮੇਰੇ ਮਨ ਦਾ ਭੁਲੇਵਾ ਹੀ ਸਹੀ। ਇਹ ਐਨਾ ਚਿਰ ਕਿਕੂ ਨਾ ਵਿਗੜਿਆ। ਕਰਾਮਾਤ, ਹਾਂ ਕਰਾਮਾਤ ਹੈ ਕੁਛ ਉਸ ਗੁਰੂ ਵਿੱਚ। ਫਿਰ ਬਿਰਤੀ ਸੰਸੇ ਵੱਲ ਗਈ, ਪਰ ਚਲੋ ਅਸਾਂ ਕੀ ਲੈਣਾ ਹੈ। ਧਨ ਮੋੜ ਲਿਆ, ਵਧਾ ਲਿਆ, ਸਫਰ ਕੀਤਾ ਸਕਾਰਤ ਹੋਇਆ। ਬਾਣੀਆਂ ਪੁੱਤਰ ਹਾਂ, ਡਿੱਗ ਪਿਆ ਤਾਂ ਵੀ ਕੁਛ ਵੇਖ ਕੇ ਹੀ ਡਿੱਗਾ ਜਾਣੋ। ਇਸ ਤਰ੍ਹਾਂ ਦੇ ਮਨੋਵਾਦ ਵਿੱਚ ਸੀ ਕਿ ਪਿਤਾ ਨੇ ਹੋਰ ਹਾਲ ਪੁੱਛੇ। ਉਸ ਤੇ ਮਿਹਰ ਹੋਈ ਕਿ ਨਾ। ਇਹ ਗੱਲ ਪੁੱਛੀ ਤਾਂ ਹਰਗੋਪਾਲ ਨੂੰ ਸਾਰੇ ਹਾਲ ਦੱਸਣੇ ਪਏ। ਹੌਲੀ ਹੌਲੀ ਸਿਦਕ ਬੇਸਿਦਕੀ, ਡੋਲਣ ਟਿਕਣ ਡੋਲਣ ਦੇ ਸਾਰੇ ਹਾਲ ਪਿਤਾ ਨੇ ਸੁਣੇ। ਤੁਰਨ ਵੇਲੇ ਪੁੱਤਰ ਦਾ ਸਿਦਕ ਵੀ ਟੁਰਨਾ ਸੁਣ ਕੇ ਖੁਸ਼ ਹੋਇਆ, ਪਰ ਜਦ ਉਸਨੇ ਆਪਣੀ ਅਕਲਵੰਦੀ ਸੁਣਾਈ ਕਿ ਮੈਂ ਚਮਕੌਰ ਅਪੜ ਕੇ ਆਪਣੀ ਕੀਤੀ ਮੂਰਖਤਾ ਦੀ ਸੋਝੀ ਪਾ ਲਈ ਤਾਂ ਮੈਂ ਗੁਰੂ ਕਾ ਬਚਨ, ਜਿਸ ਦਾ ਨਾ ਰੂਪ ਨਾ ਰੰਗ ਨਾ ਕੀਮਤ ਨਾ ਕੂਤ ਕੁਛ ਸੀ, ਇੱਕ ਮੂਰਖ ਪਾਸ ਵੇਚ ਦਿੱਤਾ ਤੇ ਆਪਣਾ 500 ਤੇ ਆਪ ਦਾ 100 ਵੀ ਮੋੜ ਲਿਆ ਤੇ 5 ਰੁਪਏ ਵਿਆਜ ਦੇ ਵੀ ਲੈ ਲਏ। ਤਾਂ ਵਿਸ਼ਵੰਬਰ ਨੇ ਠੰਡਾ ਸਾਹ ਲਿਆ ਤੇ ਹੌਕਾ ਭਰ ਕੇ ਬੋਲਿਆ, ਪੁੱਤਰ ਤੈਨੂੰ ਸੱਚ ਵਿਆਜਣ ਟੋਰਿਆ ਸੀ, ਤੂੰ ਕੱਚ ਖਰੀਦ ਲਿਆਇਓ। ਅੱਖੀਂ ਤੂੰ ਪਰਚਾ ਵੀ ਡਿੱਠਾ, ਫਿਰ ਵੀ ਤੇਰਾ ਹਿਰਦਾ ਡੋਲ ਗਿਆ। ਹਾਏ ਕਬੀਰ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਅੰਧੇ ਏਕ ਨਾ ਲਾ ਗਈ ਜਿਉਂ ਬਾਂਸ ਬਜਾਈਏ ਫੂਕ। ਫਿਰ ਮਾਂ ਨੇ ਦੁੱਖ ਦਾ ਹਾਵਾ ਪਾਰਿਆ, ਸੁਨ ਕੁਕਰਮ ਤੈ ਮਾਤ ਦੁਖਾਰੀ, ਸੁਤ ਕਿਉਂ ਭਾਗ ਗੁਰਬਚ ਬੇਵਹਾਰੀ।
क्यों न प्रतीत भई उर तेरे, पूਰਨ पुरਖ पिता तो हेरे। मात पिता दी झिड़क सुन के हरगोपाल नूं कुछ रिस आई। आखण लगा, मैं की करा, मैनू बाहरली किरिया पसंद न आई। मेरा सिदक डोल गया, गुरु की ते महाप्रसाद की, सो मैं अकल कीती। दिता धन मोड़ लिया ते तुसी खुश हो सो। सुन के कि मैं उसे धन नाल रत्ना दा व्यापार कीता ते 3000 खट लिआया हां। आ लओ थैलियां, इन्हां नाल तां 1000 काम सरेगा, बचन नाल की सरना सी। ਇਹ सुन के पिता ने कहा, हे सुत कूरो तन हवै नाश, कहाँ दर्ब को उर अहंकार, जिसको बिनसत लगे न बार, साचा सतगुर पूरन मेरा, तैं दुरास तर उर में हेरा। बुध उतावली है बो तेरी, मत निंदा कर श्री प्रभ केरी। इस तरह के बचन कह के बहुत समझाया, पर माया प्राप्ति ते अकल दी हैंकड़ ने उसनू कुछ ना मनन दिता। सगों नीत ऐसी हुई कि ज्यों ज्यों ਉਹ ਵਿਹਾਰ ਕਰੇ ਧਨ ਵਧੇ। ਥੋੜੇ ਚਿਰ ਵਿੱਚ ਉਹ 3000 10000 ਬਣ ਗਿਆ। ਹੁਣ ਇਹ ਕਾਮਯਾਬੀ ਉਸ ਨੂੰ ਹੋਰ ਹੈਂਕੜ ਵਿੱਚ ਪਾ ਗਈ। ਪਰੰਤੂ ਕੁਝ ਸਮਾਂ ਕਾਮਯਾਬੀ ਦਾ ਲੰਘ ਕੇ ਫਿਰ ਘਾਟੇ ਦੀ ਵਾਰੀ ਆ ਗਈ। ਹੌਲੇ ਹੌਲੇ ਪੈਰ ਪਿੱਛੇ ਪੈਣ ਲੱਗਾ, ਇਤਨਾ ਕਿ ਸਭ ਕੁਝ ਘਾਟਿਆਂ ਵਿੱਚ ਰੁੜ ਗਿਆ। ਉਹ ਅਕਲ ਜੋ ਖੜਦੀ ਸੀ ਤੇ ਸੋਚਦੀ ਸੀ ਕਿ ਸਭ ਮੇਰਾ ਪ੍ਰਤਾਪ ਹੈ, ਹੁਣ ਦੇਖਦੀ ਹੈ ਕਿ ਉਹ ਅਕਲ ਹੈ, ਉਹ ਮੈਂ ਹਾਂ, ਪਰ ਮੇਰੀ ਹਰ ਸੋਚ ਹਰ ਗਿਣਤੀ ਉਲਟੀ ਪੈਂਦੀ ਹੈ ਤੇ ਘਾਟੇ ਆ ਰਹੇ ਹਨ। ਜਦ ਦਰਿਦਰ ਨੇ ਮੂਲੋਂ ਹੀ ਆਣ ਨਾ ਪਿਆ ਤਾਂ ਇੱਕ ਦਿਨ ਹਰਗੋਪਾਲ ਪਿਤਾ ਨੂੰ ਕਹਿਣ ਲੱਗਾ, ਪਿਤਾ ਜੀ, ਹੁਣ ਤੁਸੀਂ ਕੋਈ ਬਹੁੜੀ ਕਰੋ, ਮੇਰੀ ਤਾਂ ਮੱਤ ਮਾਰੀ ਗਈ ਹੈ। ਜੋ ਵਾਅਦੇ ਨੂੰ ਕਰਦਾ ਹਾਂ ਉਹ ਘਾਟੇ ਦਾ ਹੋ ਟੁਕਦਾ ਹੈ। ਪੈਰ ਹਰ ਦਿਨ ਪਿੱਛੇ ਪੈ ਪੈ ਕੇ ਹੁਣ ਤਾਂ ਖੱਡ ਵਿੱਚ ਹੀ ਜਾ ਪਿਆ ਹਾਂ। ਕੋਈ ਰਸਤਾ ਦੱਸੋ ਜੋ ਟੁਕ ਜੋਗਾ ਹੋ ਜਾਵਾਂ। ਇਸਤਰੀ ਹੈ, ਬੱਚੇ ਹਨ, ਕਿਕੂ ਪਾਲਾਂ। ਪਿਤਾ, ਪੁੱਤਰ, ਤੂੰ ਕਿਉਂ ਸਤਿਗੁਰ ਨਾਲ ਉਦਾਸੀ ਤਾਰੀ ਹੈ। ਜੇ ਬੱਚਾ ਆਪਣੀ ਮਤ ਜੀਵ ਦੀ ਸੰਪੂਰਨ ਹੁੰਦੀ, ਆਰ ਪਾਰ ਦੇਖ ਸਕਦੀ, ਸਾਰਾ ਕੁਝ ਪਹਿਨ ਇਸ ਰਚਨਾ ਦਾ ਤੇ ਕੁਦਰਤ ਦੇ ਪਿਛਾਵਰ ਦਾ ਇਸ ਦੇ ਗਿਆਨ ਵਿੱਚ ਆ ਸਕਦਾ ਹੁੰਦਾ, ਤਾਂ ਸਾਰੇ ਬੁੱਧੀਮਾਨ ਕਾਮਯਾਬ ਹੁੰਦੇ। ਜੀਵ ਦੀ ਅਕਲ ਹੈ, ਵਿਚਾਰ ਹੈ, ਹਿੰਮਤ ਹੈ, ਮਿਹਨਤ ਹੈ, ਸਭ ਕੁਝ ਹੈ, ਪਰ ਕੋਈ ਸ਼ੈ ਈਸ਼ਵਰ ਦੀ ਵੀ ਵਿੱਚ ਹੈ। ਉਹ ਈਸ਼ਵਰੀ ਅੰਸ਼ ਇਨਸਾਨ ਦੀ ਹਿੰਮਤ ਅਕਲ ਵਿੱਚ ਆ ਕੇ ਰਲਦੀ ਹੈ ਤਾਂ ਕਾਮਯਾਬੀ ਹੁੰਦੀ ਹੈ। ਉਹ ਨਾ ਆਵੇ ਤਾਂ ਕਾਮਯਾਬੀ ਨਹੀਂ ਹੁੰਦੀ। ਜਾਂ ਕਾਮਯਾਬੀਆਂ ਆ ਕੇ ਅੰਤ ਨਾਕਾਮਯਾਬੀਆਂ ਹੋ ਜਾਂਦੀਆਂ ਹਨ। ਮਨਮਤ ਦਾ ਤਿਆਗ ਕਰ, ਗੁਰਮਤ ਨੂੰ ਧਾਰਨ ਕਰ। ਗੁਰੂ ਹੈ ਪੂਰਾ ਸੂਰਾ, ਉਸ ਤੋਂ ਮਿਲੀ ਗੁਰੂ ਮਤ ਚਾਨਣਾ ਹੈ। ਉਸ ਚਾਨਣ ਵਿੱਚ ਜੀਵ ਦੀ ਮਤ ਉਜਲ ਹੋ ਜਾਂਦੀ ਹੈ। ਪੁੱਤਰ, ਮੈਂ ਕੀ ਕਰਾਂ। ਚੰਗਾ ਭਲਾ ਸਿਦਕ ਵਿੱਚ ਚਲਾ ਗਿਆ ਸੀ। ਮੈਨੂੰ ਉਹ ਰਾਜਸੀ ਠਾਠ ਬਾਠ ਵੇਖ ਕੇ, ਸ਼ਿਕਾਰ ਤੇ ਫੌਜਾਂ ਤੇ ਜੰਗ ਵੇਖ ਵੇਖ ਕੇ ਪ੍ਰਤੀਤ ਟੁੱਟਦੀ ਸੀ। ਮੈਂ ਕਿਵੇਂ ਕਰਾਂ। ਪਿਤਾ, ਪੁੱਤਰ, ਤੈਨੂੰ ਕਰਨੀ ਰਹਿਤ ਸਾਧਾਂ ਤੇ ਵੈਸ਼ਨਵ ਸੰਤ ਦੀ ਸੋਬਤ ਨੇ ਵੀ ਕੋਈ ਠੋਰ ਨਾ ਦਿੱਤੀ। ਸਗੋਂ ਤੇਰੀ ਬੁੱਧੀ ਵਿੱਚ ਕੁਮੱਤੀ ਪੈ ਗਈ ਸੰਸਿਆਂ ਤੇ ਕੁਤਰਕਾ ਕਰਨ ਦੀ। ਜੇ ਤੂੰ ਪੁੱਤਰ ਵੈਸ਼ਨਵ ਕਿਰਿਆ ਨੂੰ ਹੀ ਠੀਕ ਸਮਝੇ ਤਾਂ ਸੋਚ, ਵਿਸ਼ਨੂੰ ਜੀ ਦੇ ਉਪਾਸ਼ਕ ਕੀ ਕਹਿਣੇ ਚਾਹੀਏ। ਵੈਸ਼ਨਵ ਵਿਸ਼ਨੂੰ ਜੀ ਨੂੰ ਸੰਖ, ਚੱਕਰ, ਗਦਾ, ਪਦਮ ਦੇ ਧਾਰਨ ਵਾਲੇ ਦੱਸਦੇ ਹਨ। ਚੱਕਰ ਤੇ ਗਦਾ ਦੋਵੇਂ ਮਾਰਨ ਦੇ ਸ਼ਸਤਰ ਨਹੀਂ ਤਾਂ ਕੀ ਹਨ। ਜੇ ਉਹ ਮਾਰਦੇ ਨਹੀਂ ਤਾਂ ਧਾਰਦੇ ਕਿਉਂ ਹਨ। ਰਾਖਸ਼ਾਂ ਨਾਲ ਅਨੇਕਾਂ ਯੁੱਧ ਵਿਸ਼ਨੂੰ ਜੀ ਦੇ ਦਸੀਦੇ ਹਨ। ਉਸ ਸਾਧ ਨੇ ਤੈਨੂੰ ਜੇ ਅਹਿੰਸਾ ਦੱਸੀ ਸੀ ਤਾਂ ਵਿਸ਼ਨੂੰ ਜੀ ਦੀ ਰਾਜਸੀ ਗੱਦੀ, ਐਸ਼ਵਰਜ, ਭਾਗਵਾਨਤਾ, ਸ਼ਤਰੂਆਂ ਦੀ ਵਿਨਾਸ਼ ਸ਼ਕਤੀ, ਰਾਖਸ਼ਾਂ ਦੈਤਾਂ ਦਾ ਪ੍ਰਹਾਰ, ਇਹ ਹਾਲ ਕਿਉਂ ਨਾ ਦੱਸੇ। ਗੱਜ ਦੀ ਰੱਖਿਆ ਲਈ ਜਦ ਗ੍ਰਾਂ ਨੂੰ ਵਿਸ਼ਨੂੰ ਜੀ ਨੇ ਸੁਦਰਸ਼ਨ ਚੱਕਰ ਨਾਲ ਮਾਰਿਆ ਤਾਂ ਤੈਨੂੰ ਉਹ ਹਿੰਸਾ ਕਿਉਂ ਨਹੀਂ ਪਾਸੀ। ਜੇ ਤੂੰ ਗੁਰੂ ਜੀ ਨੂੰ ਡਿੱਠਾ ਹੈ ਕਿ ਉਹ ਜਰਵਾਣਿਆਂ ਦੇ ਹੱਥੋਂ ਸਾਧੂ, ਸੰਤ, ਪ੍ਰਜਾ, ਦੀਨਾਂ ਦੀ ਰੱਖਿਆ ਕਰ ਰਹੇ ਹਨ ਤੇ ਦੋਸ਼ੀਆਂ ਨੂੰ ਦੰਡ ਦੇ ਰਹੇ ਹਨ, ਤਦ ਇਹ ਸੰਤ ਤੇ ਪ੍ਰਜਾ ਦੀ ਰੱਖਿਆ ਦੇ ਯਤਨ ਤੈਨੂੰ ਰਾਜ ਤੇ ਹਿੰਸਾ ਕਿਉਂ ਹੋ ਪਾਸੇ ਹਨ। ਫਿਰ ਵੇਖ, ਵਿਸ਼ਨੂੰ ਦਾ ਅਵਤਾਰ ਮੰਨੇ ਜਾਂਦੇ ਹਨ ਰਾਮਚੰਦਰ ਜੀ। ਉਹਨਾਂ ਦੇ ਸ਼ਿਕਾਰ ਖੇਲ ਨੇ, ਰਾਖਸ਼ ਮਾਰਨੇ, ਯੁੱਧ ਰਚਣੇ, ਰਾਵਣ ਵੱਧ ਤੇ ਹੋਰ ਰਾਜਸੀ ਕੰਮ ਕਿਉਂ ਨਹੀਂ ਤੈਨੂੰ ਦਿਸੇ ਹਿੰਸਾ ਕਰਮ ਹੋ ਕੇ।
ਸ੍ਰੀ ਰਾਮਚੰਦਰ ਜੀ ਦਾ ਜੋ ਵੈਸ਼ਨਵਾਂ ਦੇ ਪੂਜੇ ਹਨ, ਸ਼ਿਕਾਰ ਕਰਨਾ ਤੈਨੂੰ ਹਿੰਸਾ ਕਿਉਂ ਨਾ ਦਿਸਿਆ? ਜੇਕਰ ਵੈਸ਼ਨਵ ਸਾਧੂ ਸਿਖਾਲਦਾ ਹੈ ਕਿ ਫਲ ਫੁੱਲ ਕੰਦ ਮੂਲ ਦਾਲ ਰੋਟੀ ਖਾਵੇ ਤਾਂ ਹੀ ਅਵਤਾਰ ਮੰਨੋ, ਤਾਂ ਦੱਸ ਕੇ ਹਰਨ ਮਾਰ ਕੇ ਮਾਸ ਖਾ ਲੈਣ ਵਾਲੇ ਸ੍ਰੀ ਰਾਮਚੰਦਰ ਜੀ ਨੂੰ ਤੂੰ ਅਵਤਾਰ ਕਿਉਂ ਮੰਨੇਗਾ ਤੇ ਪੂਜੇਗਾ? ਫਿਰ ਸ੍ਰੀ ਕ੍ਰਿਸ਼ਨ ਜੀ ਵੀ ਵਿਸ਼ਨੂੰ ਦਾ ਅਵਤਾਰ ਮੰਨੇ ਜਾਂਦੇ ਹਨ। ਜੇਕਰ ਆਪ ਅਰਜਨ ਨੂੰ ਗੀਤਾ ਦਾ ਉਪਦੇਸ਼ ਨਾ ਦਿੰਦੇ ਤਾਂ ਮਹਾਭਾਰਤ ਦਾ ਭਿਆਨਕ ਯੁੱਧ ਨਾ ਮਚਦਾ। ਜੇ ਆਪ ਉਸ ਯੁੱਧ ਵਿੱਚ ਅਰਜਨ ਦੇ ਰਥਵਾਈ ਹੋ ਕੇ ਯੁੱਧ ਵਿਦਿਆ ਦੀ ਪ੍ਰਬੀਨਤਾ ਨਾ ਵਰਤਦੇ ਤਾਂ ਪਾਂਡਵ ਨਾ ਜਿੱਤਦੇ। ਫਿਰ ਆਪ ਦੇਖ ਲੈ ਕਿ ਦੁਆਰਕਾ ਜਾ ਕੇ ਆਪਨੇ ਆਪਣਾ ਰਾਜ ਬੱਧਾ। ਦਸ ਰਾਜ ਜੰਗ ਅਖਾੜੇ ਰਚੇ ਬਿਨਾ ਤੇ ਮਰੇ ਬਿਨਾ ਬੱਝ ਤੇ ਕਾਮਯਾਬ ਰਹਿ ਸਕਦਾ ਹੈ? ਕੀ ਸ੍ਰੀ ਕ੍ਰਿਸ਼ਨ ਜੀ ਦਾ ਕਾਲੀ ਨੂੰ ਮਾਰਨਾ ਹਿੰਸਾ ਨਹੀਂ ਤੇ ਕਾਰਕ ਸਤਿਗੁਰੂ ਜੀ ਦਾ ਜਰਵਾਣਿਆਂ ਨੂੰ ਮਾਰਨਾ ਹਿੰਸਾ ਹੈ? ਕੰਸ ਦਾ ਵੱਧ ਅਹਿੰਸਾ ਹੈ ਤੇ ਤੁਰਕ ਜ਼ਾਲਮਾਂ ਤੋਂ ਪ੍ਰਜਾ ਦੀ ਰੱਖਿਆ ਅਹਿੰਸਾ ਨਹੀਂ? ਆਪਣੇ ਵੈਸ਼ਨਵ ਸੰਤ ਨੂੰ ਪੁੱਛ ਜਾ ਕੇ ਸ਼ਿਸ਼ਪਾਲ ਵਾਲੀ ਗੱਲ ਨੂੰ ਕਿਕੂ ਅਹਿੰਸਾ ਸਿੱਧ ਕਰਦਾ ਹੈ। ਵੈਸ਼ਨਵ ਨੇ ਤੇਰੇ ਕੰਨਾਂ ਵਿੱਚ ਅਹਿੰਸਾ ਤਾਂ ਫੂਕੀ, ਪਰ ਅਹਿੰਸਾ ਦਾ ਲੰਮਾ ਚੁੜਾ ਤੇ ਡੂੰਘਾ ਵੀ ਦੱਸਿਆ। ਮਾਸ ਖਾਓ ਤੇ ਨਾ ਖਾਓ ਦੇ ਝਗੜੇ ਖੜੇ ਕਰਕੇ ਪਰਮਾਰਥ ਤੋਂ ਉਰੇ ਹੀ ਬਹਿਸ ਤੇ ਵਾਦ ਵਿੱਚ ਪਾ ਦਿੱਤਾ। ਤੂੰ ਦੱਸ ਮੈਨੂੰ ਕਿ ਵੈਸ਼ਨਵਾਂ ਦੇ ਪੂਜੇ ਅਵਤਾਰ ਰਜੋਗੁਣੀ ਜੰਗ ਰਚਣ ਵਾਲੇ ਹਨ ਕਿ ਨਹੀਂ? ਜੇ ਹੁਣ ਸੂਰੇ ਤੇ ਪੂਰੇ ਅਵਤਾਰ ਗੁਰੂ ਨੇ, ਜੋ ਗੁਰੂ ਜਯੋਤੀ ਆਪ ਅਵਤਾਰ ਹਨ, ਕਾਰਕ ਹਨ, ਗੁਰੂ ਅਵਤਾਰ ਹੋਣ ਕਰਕੇ ਅਵਤਾਰ ਸ਼੍ਰੋਮਣ ਹਨ, ਜਗਤ ਨੂੰ ਓਪਰੇ ਤੇ ਨਿਰਦਈਆਂ ਦੇ ਰਾਜ ਵਿੱਚ ਪੀੜਿਤ ਵੇਖ ਕੇ ਸੂਰਬੀਰਤਾ ਆਂਦੀ ਹੈ ਤੇ ਦਬੇਲ ਪਰਜਾ ਨੂੰ ਉੱਚੀਆਂ ਕਰ ਰਹੇ ਹਨ ਤੇ ਪਾਪ ਰਾਜ ਨੂੰ ਨਾਸ਼ ਕਰਨਾ ਸਿਖਾ ਲਿਆ ਹੈ ਨੇ, ਤਾਂ ਉਪਕਾਰ ਕੀਤਾ ਹੈ ਨੇ ਕਿ ਅਪਕਾਰ? ਕੀ ਤੂੰ ਜਾਂ ਤੇਰਾ ਮਿੱਤਰ ਜਾਂ ਤੁਸੀਂ ਦੋਵੇਂ ਔਰੰਗਜ਼ੇਬ ਦੇ ਵਰਤ ਰਹੇ ਜ਼ੁਲਮ ਨੂੰ ਦੂਰ ਕਰ ਸਕਦੇ ਹੋ? ਜਿਸ ਬਿਰਤੀ ਨੂੰ ਤੂੰ ਦੇਵ ਬਿਰਤੀ ਸਮਝਦਾ ਹੈ ਉਹ ਕਾਇਰ ਬਿਰਤੀ ਹੈ। ਕਾਇਰ ਬਿਰਤੀ ਰੂਹ ਦੀ ਦੁਆਲੇ ਨਿਕਲੀ ਹੋਈ ਵਰਗੀ ਹਾਲਤ ਹੈ। ਮਾਨੋ ਸਰੀਰਕ ਬਲ ਮਾਨਸਿਕ ਬਲ ਜਦ ਹਾਰ ਜਾਣ ਤਾਂ ਸਿਆਣੇ ਲੋਕੀ ਕਮਜ਼ੋਰੀ ਛਿਪਾਉਣ ਲਈ ਉਸ ਨੂੰ ਦਇਆ ਛਿਮਾ ਦਰਗੁਜ਼ਰੀ ਨਿਮਰਤਾ ਸਹਿਨਸ਼ੀਲਤਾ ਦੇ ਨਾਮ ਦੇ ਲੈਂਦੇ ਹਨ। ਤੂੰ ਉੱਥੇ ਚੰਗੀ ਤਰ੍ਹਾਂ ਤੱਕਣਾ ਸੀ ਕਿ ਕੀ ਗੁਰੂ ਜੀ ਨੂੰ ਰਾਜ ਦਾ ਲੋਭ ਹੈ ਆਪਣੇ ਲਈ? ਕੀ ਉਹ ਦੂਸਰੇ ਦਾ ਹੱਕ ਖੋ ਰਹੇ ਹਨ? ਉਹ ਤਾਂ ਧਰਮ ਯੁੱਧ ਰਚਾ ਰਹੇ ਹਨ ਕਿ ਗਊ ਗਰੀਬ ਬ੍ਰਾਹਮਣ ਸਾਧੂ ਸੰਤ ਪ੍ਰਜਾ ਸਭ ਪਰ ਅਤਿਆਚਾਰ ਹੋ ਰਿਹਾ ਹੈ। ਇਹ ਦੂਰ ਹੋਵੇ। ਪਹਿਲੇ ਸਤਿਗੁਰੂ ਜੀ ਪਿਆਰ ਨਾਲ ਉਪਦੇਸ਼ ਨਾਲ ਸ਼ਾਂਤੀ ਨਾਲ ਜ਼ੁਲਮ ਸਹਾਰ ਕੇ ਸੀਸ ਦੇ ਕੇ ਜ਼ਾਲਮ ਨੂੰ ਵਰਜ ਰਹੇ, ਪਰ ਨਾ ਉਹ ਰੁਕਿਆ ਤੇ ਨਾ ਪ੍ਰਜਾ ਵਿੱਚ ਸਾਹਸ ਆਇਆ ਹੈ। ਹੁਣ ਉਸੇ ਗੱਦੀ ਤੇ ਬਿਰਾਜੇ ਗੁਰੂ ਜੀ ਨੇ ਉਸੇ ਦਬੇਲ ਹੋ ਗਈ ਪ੍ਰਜਾ ਵਿੱਚ ਸ਼ਸਤਰ ਦਾ ਤਾਣ ਭਰ ਦਿੱਤਾ ਹੈ। ਆਪਣੇ ਧਰਮ ਦੀ ਆਪਣੀ ਸ਼ਰਮ ਦੀ ਆਪਣੀ ਜਾਨ ਦੀ ਤੇ ਮਾਲ ਦੀ ਰੱਖਿਆ ਕਰਨ ਲਈ। ਨਾਲੇ ਉਹ ਗੁਰੂ ਹੈ, ਧਰਮ ਦਾ ਦਾਤਾ ਹੈ, ਜੋਤ ਨਿਰੰਜਨੀ ਹੈ, ਨਾਲੇ ਕਵੀ ਹੈ, ਨਾਲੇ ਜੋਧਾ ਹੈ, ਨਾਲੇ ਕੋਮਲ ਹੈ, ਨਾਲੇ ਬਲਵਾਨ ਹੈ। ਉਸ ਦੀ ਕਰਨੀ ਤੇ ਕਿੰਤੂ ਕਿਉਂ ਉਪਜੇ ਤੈਨੂੰ? ਗੁਰੂ ਕੀ ਬਾਣੀ ਪੜ੍ਹ। ਆਦ ਸਤਿਗੁਰੂ ਨੇ ਮਾਸ ਦੇ ਝਗੜੇ ਵਿੱਚ ਪੈਣ ਵਾਲੇ ਨੂੰ ਮੂਰਖ ਕਿਹਾ ਹੈ। ਤੂੰ ਕਿਉਂ ਮੂਰਖਤਾ ਵਿੱਚ ਗਿਆ? ਆਦ ਸਤਿਗੁਰਾਂ ਫਰਮਾਇਆ ਹੈ ਕਿ ਜਿਸ ਦੇ ਖਾਣ ਨਾਲ ਮਨ ਵਿੱਚ ਵਿਕਾਰ ਤੇ ਸਰੀਰ ਵਿੱਚ ਪੀੜਾ ਆਵੇ ਉਹ ਖਾਣਾ ਨਾ ਖਾਓ। ਸਮਰੱਥ ਗੁਰੂ ਦੀ ਸੁਰਤ ਜੋ ਕਦੇ ਝਾਉਂਦੀ ਨਹੀਂ, ਜੇ ਆਪਣੇ ਚੋਜ ਵਿੱਚ ਸ਼ਿਕਾਰ ਖੇਲ ਰਹੀ ਹੈ ਤਾਂ ਖੇਲੇ। ਤੂੰ ਜੇ ਮੱਛਰ ਮਰੇ ਤੇ ਔਖਾ ਹੁੰਦਾ ਹੈ ਤਾਂ ਨਾ ਮਾਰ। ਜੇ ਅੱਧਾ ਪਿੰਡ ਖਾ ਚੁੱਕੇ ਆਦਮਖੋਰ ਸ਼ੇਰ ਦਾ ਸ਼ਿਕਾਰ ਹੋਇਆ ਵੇਖ ਕੇ ਤੈਨੂੰ ਹਿੰਸਾ ਫੁਰਦੀ ਹੈ ਤਾਂ ਤੂੰ ਸ਼ੇਰ ਦਾ ਸ਼ਿਕਾਰ ਨਾ ਕਰ ਤੇ ਅੱਧੇ ਪਿੰਡ ਦੇ ਯਤੀਮਾਂ ਤੇ ਵਿਧਵਾਂ ਦੇ ਵਿਰਲਾਪ ਤੈਨੂੰ ਸੁਹਾਵਣੇ ਲੱਗਦੇ ਹਨ ਤਾਂ ਸੁਣ। ਪਰ ਜਲਾਲ ਵਾਲੀ ਸੁੰਦਰਤਾ ਨੂੰ ਤਰਕਾਂ ਕਰਨ ਵਾਲਾ ਤੂੰ ਕੌਣ ਹੈ ਜੋ ਉਸ ਹਿੰਸਕ ਸ਼ੇਰ ਨੂੰ ਮਾਰ ਕੇ ਅੱਧਾ ਪਿੰਡ ਬਚਾ ਲੈਂਦੀ ਹੈ? ਫਿਰ ਜਿਨ੍ਹਾਂ ਦੇ ਹੱਥੋਂ ਮਰਿਆਂ ਦੀ ਸਦਗਤੀ ਆਉਣੀ ਹੈ, ਉਹਨਾਂ ਦੇ ਹੱਥਾਂ ਦੀ ਬਰਕਤ ਨੂੰ ਨਿਤਾਣੇ ਹੱਥਾਂ ਵਰਗੇ ਕਿਉਂ ਵੇਖਣੇ ਚਾਹੁੰਦਾ ਹੈ? ਤੂੰ ਗੁਰਬਾਣੀ ਪੜ੍ਹ ਵੇਖ। ਤੀਸਰੇ ਪਾਤਸ਼ਾਹ ਫਰਮਾਉਂਦੇ ਹਨ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਇਹ ਲੇਖੇ ਪਤੇ ਸ਼ਾਸਤਰਾਂ ਦੇ ਜੋ ਬਿਨਾਂ ਪੂਰਬ ਅਪਰ ਮੇਲੇ ਦੇ ਕੱਚੇ ਗੁਰੂ ਸਿਖਾਲਦੇ ਹਨ, ਇਹ ਪੁੰਨ ਪਾਪ ਦੀ ਵਿਚਾਰ ਤੇ ਭਰਮ ਵਿੱਚ ਪਾ ਦਿੰਦੇ ਹਨ, ਪਰ ਤੱਤ ਦੀ ਸਾਰ ਨਹੀਂ ਦੱਸਦੇ। ਤੂੰ ਵੀ ਝਗੜੇ ਵਿੱਚ ਪੈ ਕੇ ਤੱਤ ਤੋਂ ਵਾਂਝਿਆ ਗਿਆ। ਬੇਦ ਕੀ ਪੁੱਤਰੀ ਸਿਮਰਤ ਭਾਈ,
ਸਾਂਕਲ ਜੇਵਰੀ ਲੈ ਹੈ ਆਈ। ਇਹ ਵਿਚਾਰਾਂ ਜੇਵੜੀਆਂ ਤੇ ਸੰਗਲ ਹੋ ਟੁਕਦੀਆਂ ਹਨ, ਜਿਨ੍ਹਾਂ ਨਾਲ ਬੁੱਧੀ ਬੱਝ ਕੇ ਮਦਰੀ, ਨਿਤਾਣੀ ਤੇ ਗਮਰੁੱਠ ਜਿਹੀ ਹੋ ਜਾਂਦੀ ਹੈ। ਗੁਰਮਤ ਵਿੱਚ ਆ ਤੇ ਖੇੜੇ ਵਿਕਾਸ ਦਾ ਮਾਰਗ ਵੀ ਸਮਝ। ਪਾਪ ਪੁੰਨ ਦੀ ਵਿਚਾਰ ਇਸ ਰਸਤੇ ਵੀ ਹੁੰਦੀ ਹੈ, ਪਰ ਉਹ ਆਤਮ ਉਨਤੀ ਦੀ ਸਹਾਇਕ ਬਣਦੀ ਹੈ। ਉਹ ਜੇਵੜੀ ਬਣ ਕੇ ਬੰਨ ਨਹੀਂ ਬਹਾਲਦੀ। ਰੂਹ ਦਾ ਹੁਲਾਰਾ, ਅੰਦਰ ਦਾ ਵਿਗਾਸ, ਸਾਈਂ ਦੇ ਪਿਆਰ ਦਾ ਉਤਸ਼ਾਹ, ਅੰਦਰ ਬਾਹਰ ਦੀ ਨਿਰਮਲਤਾ ਇਸ ਮਾਰਗ ਦੇ ਬਿਹੰਗਮ ਉਡਾਰੇ ਹਨ। ਤੂੰ ਆਤਮ ਦੁਨੀਆ ਦੇ ਸ਼ਹਿਨਸ਼ਾਹ ਨੂੰ ਮਿਲ ਕੇ ਕਿਉਂ ਸਖਣਾ ਆਇਆ? ਇਸ ਲਈ ਕਿ ਤੇਰੀ ਬੁੱਧੀ ਬਣਕ ਬਿਰਤੀ ਵਿੱਚ ਵੱਜ ਰਹੀ ਸੀ। ਇੱਕ ਵਿਹਾਰਾਂ ਦੀ ਬਣਕ ਬਿਰਤੀ ਹੈ, ਦੂਜੀ ਹੈ ਪਾਪ ਪੁੰਨ, ਅਹਿੰਸਾ, ਹਿੰਸਾ ਵਰਗੀਆਂ ਗੱਲਾਂ ਦੀ ਵਾਲ ਦੀ ਖਾਲ ਖਿੱਚਣ ਵਾਲੀ ਬਣਕ ਬਿਰਤੀ, ਜਿਸਨੇ ਰਿੜਨਾ ਤਾਂ ਵੇਖਿਆ ਹੈ ਪਰ ਟੁਰਨਾ ਨਹੀਂ ਵੇਖਿਆ। ਤੁਰਨਾ ਵੀ ਭਲਾ ਕਦੇ ਵੇਖਿਆ, ਪਰ ਉੱਡਣਾ ਨਾ ਵੇਖਿਆ। ਸੁੰਡੀ ਕੀ ਜਾਣ ਸਕਦੀ ਹੈ ਉਸ ਖੁੱਲ ਨੂੰ ਜੋ ਗਗਨਾਂ ਵਿੱਚ ਉਡਾਰੀਆਂ ਤੇ ਤਾਰੀਆਂ ਲੈਣ ਵਾਲੇ ਪੰਛੀ ਜਾਣਦੇ ਹਨ। ਸੁੰਡੀ ਧਰਤੀ ਦੇ ਨਾਲ ਨਾਲ ਗਰਦ ਗੁਬਾਰ ਦੀ ਜਾਣੂ ਹੈ। ਪੰਛੀ ਨੀਲੇ ਆਕਾਸ਼ਾਂ ਦੀ ਨਿਰਮਲਤਾਈ ਵਿੱਚ ਗਮਤਾ ਰੱਖਦੇ ਹਨ। ਜੇ ਪਾਠ ਕਰੇ ਆਦ ਗੁਰਬਾਣੀ ਦਾ, ਬਾਣੀ ਨੂੰ ਵਿਚਾਰੇ ਤੇ ਨਾਲ ਵਿਚਾਰੇ ਦਸਵੇਂ ਪਾਤਸ਼ਾਹ ਦੀ ਅਕਾਲੀ ਬਾਣੀ ਨੂੰ, ਤਾਂ ਤੈਨੂੰ ਸੋਝੀ ਪਵੇ ਨਿਰਮਲ ਨੀਲੇ ਅੰਬਰਾਂ ਵਿੱਚ ਉੱਡ ਰਹੇ ਨੀਲਕੰਠ ਦੀ। ਪੁੱਤਰ, ਕੁਛ ਇਹੋ ਜਿਹੀਆਂ ਗੱਲਾਂ ਆਨੰਦਪੁਰ ਹੁੰਦੀਆਂ ਤਾਂ ਸਨ, ਪਰ ਮੈਂ ਗੌਲੀਆਂ ਨਹੀਂ। ਤੁਹਾਡੇ ਅੱਜ ਦੇ ਬਚਨ ਤਾਂ ਸੁੱਤੇ ਪਿਆਂ ਦੀ ਜਾਗ ਖੁਲਾਉਂਦੇ ਹਨ। ਪਰ ਪਿਤਾ ਜੀ, ਫਿਰ ਜਰਵਾਣੇ ਲੋਕਾਂ ਦੀ ਕਰਨੀ ਕਿਉਂ ਮਾੜੀ ਹੋਈ? ਉਹ ਵੀ ਇਹੋ ਉੱਚੀ ਗਤੀ ਨਹੀਂ। ਪਿਤਾ, ਜਰਵਾਣੇ ਅੰਧਕਾਰ ਵਿੱਚ ਹਨ, ਉਹ ਤ੍ਰਿਸ਼ਨਾ ਵਿੱਚ ਹਨ, ਉਹ ਆਪਣੇ ਸੁੱਖ ਲਈ ਦੂਸਰੇ ਦਾ ਬੁਰਾ ਕਰਦੇ ਹਨ। ਬੇਟਾ, ਉਹ ਹੰਕਾਰ ਵਿੱਚ ਹਨ ਤੇ ਉਹਨਾਂ ਦੇ ਕਰਮ ਕਰਤੱਵ ਸਭ ਹੰਕਾਰ ਵਿੱਚ ਆਉਂਦੇ ਹਨ। ਦੇਖ, ਔਰੰਗਜ਼ੇਬ ਨੇ ਪਿਤਾ ਕੈਦ ਕਰਕੇ ਭਰਾ ਨੂੰ ਧੋਖਾ ਦੇ ਕੇ ਮਦਦਗਾਰ ਬਣਾ ਕੇ ਮਾਰਿਆ। ਦੂਸਰੇ ਭਰਾਵਾਂ ਨੂੰ ਕਤਲ ਕੀਤਾ। ਕਈ ਦਗੇ ਕਮਾਏ ਤੇ ਕਈ ਫਕੀਰ ਸੰਤ ਮਾਰੇ। ਪ੍ਰਜਾ ਦੁਖੀ ਹੈ, ਸੰਤ ਦੁਖੀ ਹਨ, ਧਰਮ ਵਿੱਚ ਧੱਕਾ ਹੈ। ਇਸ ਤਰ੍ਹਾਂ ਦੀ ਬਿਰਤੀ ਨੂੰ ਤੂੰ ਰੁਲਾਉਂਦਾ ਹੈ। ਨਿਸ਼ਕਾਮ, ਨਿਰਵੈਰ, ਸਵੱਛ ਦਿਲ ਵਾਲੀ ਬਿਰਤੀ ਨਾਲ, ਜੋ ਆਪਣੇ ਆਤਮ ਸੁੱਖਾਂ ਵਿੱਚੋਂ ਉੱਠ ਕੇ ਦੀਨਾਂ ਦੀ ਰੱਖਿਆ ਵਾਸਤੇ ਦੁੱਖਾਂ ਦੀ ਨੈਂ ਵਿੱਚ ਆ ਖੜੋਂਦੀ ਹੈ। ਜਿਸ ਬਿਰਤੀ ਵਿੱਚ ਗੁਰੂ ਜੀ ਕੰਮ ਕਰ ਰਹੇ ਹਨ, ਉਹ ਹੈ ਤਿਆਗ ਦੀ ਨੀਂਹ ਤੇ ਉਸਰੀ ਉਤਸ਼ਾਹ ਬਿਰਤੀ, ਜਿਸ ਦਾ ਨਾਮ ਉਹਨਾਂ ਨੇ ਚੜ੍ਹਦੀਆਂ ਕਲਾਂ ਧਾਰਿਆ ਹੈ। ਮਤ ਬੇਟਾ ਸਮਝੀ ਕਿ ਹੰਕਾਰੀਆਂ ਤੇ ਪਾਪ ਦੇ ਪਿਆਰਿਆਂ ਦੇ ਹੰਕਾਰ ਦਾ ਨਾਮ ਚੜ੍ਹਦੀਆਂ ਕਲਾਂ ਹੈ। ਤ੍ਰਿਸ਼ਨਾ ਰਹਿਤ ਪੁਰਖਾਂ ਦਾ ਕੇਵਲ ਨੇਕੀ ਲਈ ਜੋ ਕੰਮ ਕਰਨਾ ਹੈ, ਉਹ ਜਿਸ ਉਮਾ ਵਾਲੀ ਬਿਰਤੀ ਵਿੱਚ ਕਰਨਾ ਹੈ, ਉਸ ਦਾ ਨਾਮ ਹੈ ਚੜ੍ਹਦੀਆਂ ਕਲਾਂ। ਅੰਮ੍ਰਿਤ ਵੇਲੇ ਨਾ ਜਾਗਣ ਵਾਲੇ, ਬਾਣੀ ਨਾ ਪੜ੍ਹਨ ਨਾ ਵਿਚਾਰਨ ਵਾਲੇ, ਪੰਜਾਂ ਵਿੱਚ ਖੁੱਲੇ ਵਿਚਰਨ ਵਾਲੇ, ਅੰਦਰ ਰਾਗ ਦੁਐ ਖੀਰਖਾ ਰੱਖਣ ਵਾਲੇ, ਨਾਮਦਾਨ ਇਸ਼ਨਾਨ ਵਿੱਚ ਢਿੱਲੇ ਤੇ ਹੰਕਾਰ ਕੁੱਠੇ ਲੋਕੀ ਆਪਣੇ ਬਫਾਵਣ ਦਾ ਨਾਮ ਜੇ ਚੜ੍ਹਦੀਆਂ ਕਲਾਂ ਰੱਖ ਲੈਣ, ਤਾਂ ਇਹ ਉਹ ਜਿਹੀ ਭੁੱਲ ਹੈ ਜਿਹੋ ਜਿਹੀ ਕਿ ਢੱਠੀਆਂ ਸੁਰਤਾਂ ਵਾਲੇ ਆਪਣੇ ਨਿਤਾਣਪੁਣੇ ਨੂੰ ਸਹਿਣਸ਼ੀਲਤਾ ਕਹਿਣ ਵਿੱਚ ਕਰਦੇ ਹਨ। ਪੁੱਤਰ, ਪਿਤਾ ਜੀ, ਹੁਣ ਸਤਿਗੁਰੂ ਤੋਂ ਬਖਸ਼ਾ ਦਿਓ। ਹੁਣ ਸਮਝ ਪੈ ਰਹੀ ਹੈ ਤੇ ਮਨ ਆਪਣੀ ਭੁੱਲ ਵੇਖ ਰਿਹਾ ਹੈ। ਪਿਤਾ, ਸ਼ੁਕਰ ਹੈ ਤੇਰੇ ਵਰਗੇ ਅਲੜਾਂ ਨੂੰ ਦੁਖੀ ਦਾਰੂ ਹੋ ਟੁਕਦਾ ਹੈ। ਇਹ ਵੀ ਦਾਤੇ ਦੀ ਮਿਹਰ ਹੈ। ਜਿਨ੍ਹਾਂ ਨੂੰ ਪਿਆਰ ਨਾਲ, ਉਪਦੇਸ਼ ਨਾਲ, ਪਰਚੇ ਨਾਲ ਸਮਝ ਨਾ ਪਵੇ, ਉਹਨਾਂ ਦੀ ਮਾਇਕ ਨਿੰਦਰਾ ਖੋਲਣ ਵਾਸਤੇ ਵਾਹਿਗੁਰੂ ਉਹਨਾਂ ਨੂੰ ਦੁੱਖ ਦਾ ਝੰਜੂਣਾ ਦੇ ਦਿੰਦਾ ਹੈ। ਸ਼ੁਕਰ ਹੈ ਕਿ ਤੈਨੂੰ ਦਾਤੇ ਨੇ ਸੰਭਾਲਿਆ ਹੈ। ਸਮਝ ਕੇ ਇਹ ਮਿਹਰ ਹੋਈ ਹੈ। ਨਾ ਸਮਝ ਕੇ ਗੁਰੂ ਗੁੱਸੇ ਹੋ ਗਿਆ ਹੈ ਤੇ ਦੰਡ ਦੇ ਰਿਹਾ ਹੈ। ਨਹੀਂ, ਜਿਕੂ ਡੰਗਰ ਨੂੰ ਖੁੱਲੜ ਵਿੱਚ ਡਿੱਗ ਪੈਣ ਤੋਂ ਰੋਕਣ ਲਈ ਉਸਦਾ ਵਾਗੀ ਉਸਦੇ ਬੁਥਾੜ ਤੇ ਸੋਟਾ ਉਲਾਰਦਾ ਹੈ ਜੋ ਉਸਦੇ ਭਲੇ ਲਈ ਹੈ, ਤਿਵੇਂ ਆਪਣਿਆਂ ਨੂੰ ਦਾਤਾ ਵੀ ਦੁੱਖ ਦਾ ਡੰਡਾ ਦਿਖਾ ਕੇ ਖੁੱਲੜਾ ਵਿੱਚ ਡਿੱਗ ਕੇ ਮਰ ਜਾਣੋਂ ਬਚਾ ਲੈਂਦਾ ਹੈ। ਤੇਰਾ ਦੁੱਖ ਦੇਖ ਕੇ ਮੈਂ ਦੁਖੀ ਨਹੀਂ, ਮੈਂ ਇਸ ਨੂੰ ਸਤਿਗੁਰ ਦਾ ਪਿਆਰ ਸਮਝ ਕੇ ਭੈ ਭਰੇ ਸ਼ੁਕਰ ਵਿੱਚ ਹਾਂ। ਪੁੱਤ, ਫਿਰ ਬਖਸ਼ੋ ਤੇ ਬਖਸ਼ਾਓ। ਮੇਰੀ ਨੀਂਦਰ ਹੁਣ ਖੁੱਲ ਪਈ ਹੈ। 7ਵਾਂ। ਸਭ ਕੁਟੁੰਬ ਇਕੱਠੇ ਹੋਏ ਗਇਓ, ਗੁਰ ਦਰਸ਼ਨ ਹਿਤ ਚਲਬੋ ਕੀਓ। ਕਰਮ ਕਰਮ ਪੰਥ ਉਲੰਘਨ ਕੋ ਕਰ, ਆਏ ਧਿਆਨ ਸਿੰਘ ਮਾਜਰੀਏ ਘਰ। ਵਿਸ਼ਵੰਬਰ ਦਾਸ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਚਮਕੌਰ ਪਹੁੰਚ ਪਿਆ ਤੇ ਧਿਆਨ ਸਿੰਘ ਦੇ ਘਰ ਪਹੁੰਚ ਕੇ ਦੁੱਖ ਰੋਣੀ ਰੋਇਆ ਕਿ ਮੇਰਾ ਪੁੱਤਰ ਭੁੱਲ ਕਰ ਗਿਆ ਹੈ। ਤੂੰ ਮੇਰਾ ਗੁਰਭਾਈ ਹੈ, ਹੁਣ ਤੂੰ ਦੱਸ ਕਿ ਮੈਂ ਕਿਵੇਂ ਕਰਾਂ। ਪੁੱਤਰ ਨੂੰ ਸਮਝਾਇਆ ਹੈ। ਹੁਣ ਇਸ ਦੀ ਮਤ ਉਜਲ ਹੋ ਆਈ ਹੈ।
ਇਸ ਨੂੰ ਨਾਲ ਲੈ ਕੇ ਆਇਆ ਹਾਂ ਤੇ ਤੇਰੀ ਸ਼ਰਨ ਹਾਂ। ਸਾਡਾ ਨਿਸਤਾਰਾ ਹੁਣ ਤੇਰੇ ਹੱਥ। ਮੇਰੇ ਤੇ ਉਪਕਾਰ ਕਰ, ਜਿਕੂ ਗੁਰੂ ਸਿੱਖ ਸਦਾ ਕਰਦੇ ਰਹੇ ਹਨ। ਉਹ ਬਿਦ ਕਰ ਕਿ ਜਿਕੂ ਸਤਿਗੁਰ ਪ੍ਰਸੰਨ ਹੋ ਜਾਣ ਤੇ ਇਸ ਪੁੱਤਰ ਨੂੰ ਨਾਮ ਦੀ ਰੰਗੜ ਚੜ ਜਾਵੇ। ਧਿਆਨ ਸਿੰਘ ਨੇ ਕਿਹਾ, ਭਰਾਤਾ ਜੀਓ, ਮੈਂ ਹਰ ਤਰ੍ਹਾਂ ਹਾਜ਼ਰ ਹਾਂ। ਸਤਿਗੁਰੂ ਦੇ ਦੁਆਲੇ ਚੱਲੋ, ਮੈਂ ਵੀ ਚੱਲਦਾ ਹਾਂ। ਉਹਨਾਂ ਦਾ ਬਿਰਧ ਬਖਸ਼ਿੰਦ ਹੈ। ਉਹ ਤਾਂ ਪਿਤਾ ਹਨ, ਮਾਤਾ ਹਨ, ਸਨੇਹ ਰੂਪ ਹਨ। ਬਖਸ਼ ਦੇਣਗੇ ਤੇ ਨਾਮ ਦਾ ਰੰਗ ਲਾ ਦੇਣਗੇ। ਗੱਲ ਕੀ ਸਾਰੇ ਅਨੰਦਪੁਰ ਆ ਪਹੁੰਚੇ। ਪਹਿਲਾਂ ਡੇਰਾ ਕੀਤਾ ਤੇ ਫਿਰ ਗੁਰਚਰਨਾਂ ਵਿੱਚ ਜਾ ਮੱਥਾ ਟੇਕਿਆ। ਸਤਿਗੁਰ ਦੇਖ ਕੇ ਮੁਸਕਰਾਏ ਤੇ ਕਿਰਪਾ ਭਰੇ ਨੈਣਾਂ ਨਾਲ ਤੱਕੇ। ਸੁਖਸਾਂਦ ਪੁੱਛੀ, ਦੱਸੀ। ਇਸ ਤਰ੍ਹਾਂ 3 ਦਿਨ ਬਿਨਾਂ ਕੋਈ ਗੱਲ ਛੇੜੇ ਦੇ ਸਾਰੇ ਦਰਸ਼ਨ ਮੇਲੇ ਕਰਦੇ ਰਹੇ ਅਤੇ ਪ੍ਰਸ਼ਾਦ ਦੇਗ ਤੋਂ ਛਕਦੇ ਰਹੇ। ਹਰਗੋਪਾਲ ਦੀ ਹੁਣ ਮਤ ਹੋਰ ਉਜਲ ਹੋ ਆਈ। ਇੱਕ ਦਿਨ ਸਤਿਗੁਰ ਨੂੰ ਜ਼ਰਾ ਵੇਲ ਵਿੱਚ ਵੱਖਰੇ ਵਿਸ਼ਵੰਬਰ ਦਾਸ ਪੁੱਤਰ ਸਮੇਤ ਸਾਹਿਬਾਂ ਦੇ ਹਜ਼ੂਰ ਹੱਥ ਜੋੜ ਕੇ ਖਲੋ ਗਿਆ ਤੇ ਅਰਦਾਸ ਕੀਤੀ। ਹਮ ਮੂਰਖ ਖੋਟੇ ਮਨ ਕਾਮੀ, ਅਕ੍ਰਿਤ ਕਣ ਕਿਰਪਣ ਲੂਣ ਹਰਾਮੀ। ਨਾਮ ਗੁਲਾਮ ਨਾ ਕਰੇ ਗੁਲਾਮੀ, ਤਉ ਕਿਰਪਾਲ आप हैं स्वामी। बिरत गरीब निवास तुम्हारा, नाम पतित पावन सुखसारा। अदम उदाहरण सदा सुभाऊ, पिखों दास को दोष न काऊ। बिछ डाल सूदा अब करिए, सो पर करुणा दृष्ट निहारिए। सतगुर सुन के हसे ते कहण लगे, विश्वंबर दास, तेरा साडा पुरातन नेहू है, उदास ना हो। तेरे पितामा दा नाम नानू सी। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ। ਜਦੋਂ ਸਤਿਗੁਰ ਉਸ ਦੇ ਘਰ ਠਹਿਰੇ ਸਨ, ਤਦੋਂ ਸਤਿਗੁਰ ਜੀ ਨੇ ਵਰ ਦਿੱਤਾ ਸੀ ਕਿ 10ਵੇਂ ਜਾਮੇ ਫਿਰ ਮੇਲਾ ਹੋ ਸੀ। ਸੋ ਤੇਰਾ ਮੇਲ ਤਦ ਤੋਂ ਬਣਿਆ ਸੀ, ਜੋ ਚਾਹੋ ਸੋ ਪੁੱਛੋ। ਵਿਸ਼ਵੰਬਰ ਇਹ ਵਾਕ ਸੁਣ ਕੇ ਚਰਨਾਂ ਤੇ ਢਹਿ ਪਿਆ ਤੇ ਬੋਲਿਆ, ਹੇ ਗਰੀਬ ਨਿਵਾਜ, ਮੇਰੇ ਤੇ ਜੋ ਕਿਰਪਾ ਹੋਈ ਹੈ ਕਹਿ ਨਹੀਂ ਸਕਦਾ। ਬਾਣੀ ਦਾ ਦਾਨ, ਨਾਮ ਦਾ ਦਾਨ, ਐਸੇ ਦਾਨ ਹਨ ਕਿ ਕੀ ਕਹਾਂ, ਕੀ ਤੁਲਤਾ ਦੇਵਾਂ। ਪੁੱਤਰ ਹੋਰ ਸੰਗਤ ਵਿੱਚ ਬੈਠਣ ਲੱਗ ਪਿਆ ਸੀ ਤਾਂ ਮੈਂ ਇਸ ਨੂੰ ਆਪ ਦੀ ਸ਼ਰਨ ਵਿੱਚ ਘੱਲਿਆ ਸੀ। ਇਹ ਸ਼ਾਖਾ ਹੈ ਤਾਂ ਮੈਂ ਬ੍ਰਿਛ ਦੀ ਹੀ, ਪਰ ਸ਼ਾਖ ਵਿੰਗੇ ਪਾਸੇ ਨਿਕਲ ਗਈ ਹੈ, ਸਿੱਧੀ ਕਰ ਲਓ। ਅਸੀਂ ਕਲਯੁਗ ਦੇ ਜੀਵ ਭੁੱਲਣਹਾਰ ਹਾਂ। ਇਹ ਡੋਲਦਾ ਸੰਭਲਦਾ ਆਪਦੀ ਖੁਸ਼ੀ ਲੈ ਕੇ ਇੱਥੋਂ ਟੁਰਿਆ ਸੀ। ਰਾਹ ਵਿੱਚ ਫਿਰ ਡੋਲ ਗਿਆ। ਧਿਆਨ ਸਿੰਘ ਜੀ ਜੋ ਮੇਰੇ ਉਪਕਾਰੀ ਹਨ, ਇਹਨਾਂ ਦੇ ਘਰ ਰਾਤ ਰਿਹਾ। ਇਹਨਾਂ ਨੇ ਢੇਰ ਯਤਨ ਕੀਤਾ ਕਿ ਕਿਵੇਂ ਇਸ ਦਾ ਸਿਦਕ ਖੜੋ ਜਾਵੇ, ਪਰ ਤਿਲਕਣਬਾਜ਼ੀ ਹੈ, ਇਹ ਨਾ ਸੰਭਲਿਆ। ਫਿਰ ਉਸ ਗੁਰੂ ਕੇ ਪਿਆਰੇ ਨੇ ਗੁਰੂ ਕੇ ਬਚਨ ਦਾ ਅਪਮਾਨ ਨਾ ਸਹਾਰ ਕੇ ਲੋਭੀ ਪੁੱਤਰ ਨੂੰ ਧਨ ਦੇ ਕੇ ਆਪ ਦਾ ਬਚਨ ਲੈ ਲਿਆ। ਆਪ ਦੇ ਬਚਨ ਅਮੋਘ ਬਾਣ ਹਨ। ਪੁੱਤਰ ਨੇ ਸਮਝਿਆ ਸੀ ਬਚਨ ਕੇਵਲ ਹਵਾ ਦੇ ਅਵਾਵਾਂ ਦਾ ਜੋੜ ਤੋੜ ਹੈ, ਪਰ ਧਿਆਨ ਸਿੰਘ ਜਾਣਦਾ ਸੀ ਕਿ ਇਹ ਜੀਵਤ ਸ਼ਕਤੀ ਹੈ, ਇਹ ਅਮੁੱਲ ਫੁਰਮਾਨ ਹੈ। ਇਸ ਨੂੰ ਆਪ ਦੇ ਉਸ ਅਮਲ ਵਾਕ ਦੀ ਕਦਰ ਪਾਉਣ ਦੇ ਧਨ ਧਾਮ ਤੇ ਧਰਮ ਤਰਹਾਂ ਵਿੱਚ ਧਰਮ ਸੁਖੀ ਕਰ ਦਿੱਤਾ ਹੈ, ਜਿਸ ਦੀ ਮੈਨੂੰ ਖੁਸ਼ੀ ਹੈ। ਮੈਂ ਹੁਣ ਇਸ ਦੇ ਪਾਸ ਗਿਆ ਸੀ ਕਿ ਪੁੱਤਰ ਤੋਂ ਭੁੱਲ ਹੋਈ ਹੈ, ਹੁਣ ਭੁੱਲ ਮੰਨਦਾ ਹੈ, ਸਤਿਗੁਰ ਤੋਂ ਬਖਸ਼ਵਾ ਦੇ। ਇਹ ਪਿਆਰਾ ਮੇਰੇ ਨਾਲ ਆਇਆ ਹੈ ਕਿ ਹਜ਼ੂਰ ਜੀ ਦੀ ਸੇਵਾ ਵਿੱਚ ਮੇਰੀ ਸਿਫਾਰਿਸ਼ ਕਰੇ। ਪੁੱਤਰ ਮੇਰੇ ਨੇ ਪਹਿਲਾਂ ਮਾਇਆ ਦੇ ਉਛਾਲ ਵਿੱਚ ਵਣਜ ਕੀਤੇ। ਧਨ ਵਧਿਆ, ਪਰ ਫਿਰ ਉਹ ਧਨ ਸ਼ਰਾਬ ਦੇ ਗਿਆ। ਹੁਣ ਇਹ ਕੰਗਾਲ ਹੈ, ਮਾਇਆ ਵੱਲੋਂ ਕੰਗਾਲ ਹੈ, ਧਰਮ ਵੱਲੋਂ ਤੇ ਕੰਗਾਲ ਹੈ ਸਿਦਕ ਵੱਲੋਂ। ਮਿਹਰ ਹੋ ਜਾਏ, ਬਖਸ਼ਿਆ ਜਾਏ, ਇਹ ਆਪਣੀ ਭੁੱਲ ਮੰਨਦਾ ਹੈ। ਦੁੱਖ ਨੇ ਇਸ ਦਾ ਅੰਦਰ ਧੋ ਦਿੱਤਾ ਹੈ, ਸ਼ਰਧਾ ਵੀ ਹੋਈ ਹੈ। ਆਪ ਮਿਹਰ ਕਰੋ ਜੋ ਨਾਮ ਦੀ ਬੂਟੀ ਇਸ ਦੇ ਅੰਦਰ ਜੜ ਫੜ ਜਾਵੇ ਤੇ ਵੱਧ ਖਲੋਵੇ। ਧਿਆਨ ਸਿੰਘ ਨੇ ਵੀ ਸਿਫਾਰਿਸ਼ ਕੀਤੀ। ਸਤਿਗੁਰ ਨੇ ਫਰਮਾਇਆ, ਵਿਸ਼ੰਬਰ, ਤੂੰ ਸ਼ਰਧਾਲੂ ਸਿੱਖ ਹੈ, ਤੇਰਾ ਪੁੱਤਰ ਸਿਦਕਹੀਨਤਾ ਵਿੱਚ ਰਿਹਾ ਹੈ। ਅੱਛਾ, ਪਰ ਜਿਵੇਂ ਤੂੰ ਕਿਹਾ ਹੈ ਕਰ ਦਿਆਂਗੇ। ਕੱਲ ਨੂੰ ਆਓ। ਅਗਲੇ ਦਿਨ ਬਿਸ਼ੰਬਰ ਜੀ ਪਰਿਵਾਰ ਸਮੇਤ ਤੇ ਉਪਕਾਰੀ ਧਿਆਨ ਸਿੰਘ ਜੀ ਸਭ ਹਜ਼ੂਰੀ ਵਿੱਚ ਹਾਜ਼ਰ ਹੋਏ ਤਾਂ ਸਤਿਗੁਰਾਂ ਨੇ ਕਿਹਾ, ਹੇ ਬਿਸ਼ੰਬਰ, ਕੀ ਇੱਛਾ ਹੈ? ਬਿਸ਼ੰਬਰ, ਪ੍ਰਭ ਜੀ, ਪਹਿਲੀ ਬਿਨੈ ਇਹ ਹੈ ਕਿ ਪੁੱਤਰ ਦੀ ਭੁੱਲ ਕਰਕੇ ਸੰਪਦਾ ਨਾਸ਼ ਹੋਈ ਹੈ, ਘਰ ਵਿੱਚ ਗਰੀਬੀ ਆ ਗਈ ਹੈ, ਗੁਜ਼ਰਾਨ ਔਖੀ ਹੋ ਰਹੀ ਹੈ, ਮਿਹਰ ਕਰੋ ਜੋ ਹੱਥ ਖੋਲੇ। ਸਤਿਗੁਰੂ ਜੀ, ਸੰਪਦਾ ਵਧੇਗੀ। ਜਦੋਂ ਹੁਣ ਦਰਸ਼ਨ ਕਰਕੇ ਘਰ ਜਾਓਗੇ ਤਾਂ ਕੜਾ ਪ੍ਰਸ਼ਾਦ ਕਰਨਾ, ਬਸਤਰ ਛਾਤ ਕੇ ਆਨੰਦ ਜੀ ਦਾ ਪਾਠ ਕਰਨਾ, 3 ਲਿਖ, ਫਿਰ ਜਪ ਸਾਹਿਬ ਪੜ੍ਹਨਾ,
5 ਸਿੱਖਾਂ ਨੂੰ ਪ੍ਰਸ਼ਾਦ ਵਰਤਾਉਣਾ। ਇਸ ਸਮੇਂ ਜੋ ਅਰਦਾਸ ਕਰੋ ਸੰਪੂਰਨ ਹੋਏਗੀ। ਆਖਦੇ ਹਨ ਕਿ ਇਸ ਸਮੇਂ ਗੁਰੂ ਜੀ ਨੇ 100 ਅਰਦਾਸ ਕਰਨ ਦੀ ਜਾਚ ਇਸ ਸਿੱਧਕੀ ਸਿੱਖ ਨੂੰ ਦੱਸੀ। ਨਾ ਕੇਵਲ ਗੁਰੂ ਜੀ ਨੇ ਆਪਣੇ ਪਿਆਰੇ ਸਿੱਖ ਬਿਸ਼ਵੰਬਰ ਨੂੰ ਧਨ ਸੰਪਦਾ ਬਖਸ਼ੀ, ਸਗੋਂ ਜਗਤ ਵਿਵਹਾਰਾਂ ਵਿੱਚ ਸਦਾ ਈਸ਼ਵਰੀ ਸਹਾਇਤਾ ਲਈ ਰਾਹ ਦੱਸਿਆ। ਇਉਂ ਹਰ ਸਮੇਂ ਅਰਦਾਸ ਕਰੀਦੀ ਹੈ ਤਾਂ ਵਾਹਿਗੁਰੂ ਸੁਣਦਾ ਹੈ ਤੇ ਮਿਹਰ ਵੀ ਹੋ ਜਾਂਦੀ ਹੈ। ਪਰ ਸਿਦਕ ਦੇ ਬੇੜੇ ਪਾਰ ਹਨ। ਹਰਗੋਪਾਲ ਵੀ ਬਖਸ਼ਿਆ ਗਿਆ ਤੇ ਹਰਗੋਪਾਲ ਦੇ ਸਾਰੇ ਪਰਿਵਾਰ ਤੇ ਖੁਸ਼ੀ ਹੋਈ, ਨਾਮ ਪ੍ਰਾਪਤ ਹੋ ਗਿਆ। ਭਾਈ ਧਿਆਨ ਸਿੰਘ ਨੇ ਬਿਸ਼ਵੰਬਰ ਦੀ ਸਹਾਇਤਾ ਕਰਦਿਆਂ ਆਪਣਾ ਹਾਲ ਦੱਸਿਆ ਕਿ ਬਚਨ ਲੈਣ ਦੇ ਬਾਅਦ ਮੇਰੇ ਤੇ ਮੇਰੀ ਇਸਤਰੀ ਦੇ ਦਿਲ ਨੈਣ ਆਪ ਦੇ ਪ੍ਰੇਮ ਨਾਲ ਰਸਮਈ ਹੋ ਗਏ। ਨਾਲੋਂ ਮੇਰੇ ਘਰ ਧਨ ਦਾ ਵਾਅਦਾ ਹੋਇਆ ਹੈ। ਹਲ ਵਾਉਂਦਿਆਂ ਕੁਝ ਦਬਿਆ ਧਨ ਪ੍ਰਾਪਤ ਹੋ ਗਿਆ, ਜਿਸ ਨਾਲ ਮੈਂ ਜੋ ਕੁਝ ਗਹਿਣੇ ਧਰਿਆ ਸੀ ਛੁਡਾ ਲਿਆ ਤੇ ਹੋਰ ਗੁਜ਼ਰਾਨ ਸੌਖੀ ਹੋ ਗਈ। ਹੁਣ ਮੇਰੇ ਨਾਮ ਵਿੱਚ ਰਸ ਪੈ ਗਿਆ ਹੈ ਤੇ ਹਰ ਤਰ੍ਹਾਂ ਸੁਖੀ ਹੋ ਗਿਆ ਹਾਂ। ਸਤਿਗੁਰੂ ਜੀ ਦੀ ਖੁਸ਼ੀ ਹੁਣ ਧਿਆਨ ਸਿੰਘ ਪਰ ਹੋਰ ਬਹੁਤ ਹੋਈ ਕਿ ਜਿਸ ਨੇ ਗੁਰੂ ਕੇ ਵਾਕ ਨੂੰ ਅਮੁੱਲ ਫੁਰਮਾਨ ਸਮਝ ਕੇ ਇੱਕ ਸਿਦਕਹੀਨ ਪਾਸ ਰਹਿਣ ਦੇਣਾ ਬੇਅਦਬੀ ਸਮਝੀ ਤੇ ਇਤਨੀ ਕੁਰਬਾਨੀ ਕੀਤੀ ਕਿ ਇਸਤਰੀ ਦਾ ਗਹਿਣਾ ਤੇ ਘਰ ਕੋਠਾ ਗਹਿਣੇ ਪਾ ਕੇ ਵੀ ਵਾਕ ਨੂੰ ਪ੍ਰਾਪਤ ਕਰ ਲਿਆ ਤੇ ਸਿਦਕੋਂ ਗਿਰੇ ਦੀ ਬਣਕ ਬਿਰਤੀ ਸੰਤੁਸ਼ਟ ਕਰ ਦਿੱਤੀ। ਇਹ ਸਿਦਕ, ਇਹ ਕੁਰਬਾਨੀ ਤੇ ਇਹ ਪ੍ਰੇਮ ਦੇਖ ਕੇ ਗੁਰੂ ਜੀ ਉਸ ਪਰ ਬਹੁਤ ਰੁੱਠੇ। ਹਰਗੋਪਾਲ ਤੇ ਵੀ ਨਾਮ ਦੀ ਮਿਹਰਾਮਤ ਹੋ ਗਈ ਸੀ। ਉਸ ਦਾ ਸਿਦਕ ਖੜੋ ਗਿਆ ਸੀ। ਸੋ ਸਾਰਾ ਪਰਿਵਾਰ ਵਰ ਪ੍ਰਾਪਤ ਹੋ ਕੇ ਘਰਾਂ ਨੂੰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।